गुड मॉर्निंग स्टूडेंट ਅੱਜ ਆਪਾਂ ਆਪਣੇ ਥਰਡ ਚੈਪਟਰ ਨੂੰ ਸਟਾਰਟ ਕਰਾਂਗੇ ਔਰ ਚੈਪਟਰ ਦਾ ਨੇਮ ਹੋਏਗਾ ਅਕਾਊਂਟਿੰਗ ਪ੍ਰਿੰਸੀਪਲ ਕਨਸੈਪਟ ਐਂਡ ਕਨਵੈਨਸ਼ਨ। ਅੱਜ ਦੇ ਇਸ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਅਕਾਊਂਟਿੰਗ ਪ੍ਰਿੰਸੀਪਲਸ ਹੁੰਦੇ ਕਿਹੜੇ ਆ। ਠੀਕ ਹੈ, ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਮੀਨਿੰਗ। ਵਟ ਇਜ਼ ਅਕਾਊਂਟਿੰਗ ਪ੍ਰਿੰਸੀਪਲ। ਹੁਣ ਅਕਾਊਂਟਿੰਗ ਪ੍ਰਿੰਸੀਪਲ ਆ ਜਿਹੜਾ ਉਹ ਇੱਕ ਆਰਟ ਆ किस चीज़ का रिकॉर्डिंग क्लासीफाइंग एंड समराइजिंग किसी चीज़ नू लिखना रिकॉर्ड करना फिर उन्होंने वैल्यूज़ नू अलग अलग कॉलम्स दे विच क्लासीफाई करना एंड समराइज करना। बिजनेस दियां ट्रांजैक्शनस नू ਹੁਣ ਬਿਜ਼ਨਸ ਦੇ ਵਿੱਚ ਕਿਹੜੀਆਂ ਟ੍ਰਾਂਜੈਕਸ਼ਨਸ ਨੂੰ ਅਸੀਂ ਰਿਕਾਰਡ ਕਰਦੇ ਹਾਂ, ਉਹ ਹੁੰਦੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਜਿਨ੍ਹਾਂ ਨੂੰ ਅਸੀਂ ਮਨੀ ਦੇ ਨਾਲ ਮੈਜ਼ਰ ਕਰ ਸਕਦੇ ਹਾਂ ਜਾਂ ਜਿਹੜੀਆਂ ਮਨੀ ਦੇ ਟਰਮ ਦੇ ਵਿੱਚ ਹੁੰਦੀਆਂ। ਤਾਂ ਆਪਾਂ ਸਿੰਪਲੀ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲ ਜਿਹੜੀਆਂ ਵੈਲਿਊਜ਼ ਹੁੰਦੀਆਂ ਜਾਂ ਅਕਾਊਂਟਿੰਗ ਦੇ ਵਿੱਚ ਵੈਲਿਊਜ਼ ਨੂੰ ਰਿਕਾਰਡ ਕਰਨਾ, ਉਹਨਾਂ ਨੂੰ ਕਲਾਸੀਫਾਈ ਕੀਤਾ ਜਾਂਦਾ ਔਰ ਉਹਨਾਂ ਦੀ ਇੱਕ ਸਮਰੀ ਤਿਆਰ ਕੀਤੀ ਜਾਂਦੀ ਆ ਉਹਨਾਂ ਵੈਲਿਊਜ਼ ਦੀ ਜਿਹੜੀਆਂ ਬਿਜ਼ਨਸ ਦੇ ਵਿੱਚ ਫਾਈਨੈਂਸ਼ੀਅਲ ਨੇਚਰ ਦੀਆਂ ਹੋਣਗੀਆਂ ਅਤੇ ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹਨਾਂ ਨੂੰ ਇੰਟਰਪ੍ਰੇਟ ਕੀਤਾ ਜਾਂਦਾ। ਬਾਅਦ ਦੇ ਵਿੱਚ ਕੀ ਹੈ, ਬਿਜ਼ਨਸ ਦੇ ਵਿੱਚ ਉਹਨੂੰ ਡਿਸਕਸ ਕੀਤਾ ਜਾਂਦਾ। ਸੋ ਅਕਾਊਂਟਿੰਗ ਆ ਜਿਹੜੀ ਇੱਕ ਵੇ ਆ ਕਮਿਊਨੀਕੇਸ਼ਨ ਦਾ ਜਿਹਦੇ ਨਾਲ ਇੱਕ ਜਿਹੜਾ ਓਨਰ ਆ ਔਰ ਜਿਹੜੀ ਮੈਨੇਜਮੈਂਟ ਆ ਆਪਣੇ ਜਿੰਨੇ ਵੀ ਬਿਜ਼ਨਸ ਦੇ ਕੰਮ ਆ ਉਹਨਾਂ ਨੂੰ ਕੰਟਰੋਲ ਕਰਦੀ ਆ ਔਰ ਉਹਦੇ ਵਿੱਚ ਜੋ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਦੇਖਦੀ ਆ। ਹੁਣ ਅਦਰ ਪਾਰਟੀਜ਼ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਕ੍ਰੈਡੀਟਰ, ਬੈਂਕਰ, ਇਨਵੈਸਟਰ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਜਿਹੜੇ ਗਵਰਨਮੈਂਟ ਆ ਉਹ ਸਾਰੇ ਇਸ ਡਾਟੇ ਨੂੰ ਕੀ ਕਰਦੇ ਆ, ਯੂਜ਼ ਕਰਦੇ ਆ, ਵੈਲਿਊਜ਼ ਨੂੰ ਇਹਨਾਂ ਨੂੰ ਚੈੱਕ ਕਰਦੇ। ਕਿਉਂਕਿ ਜਦੋਂ ਅਸੀਂ ਕਿਸੇ ਬੈਂਕ ਤੋਂ ਲੋਨ ਲੈਣਾ ਹੁੰਦਾ ਤਾਂ ਉਹ ਫਾਈਨੈਂਸ਼ੀਅਲ ਪੋਜੀਸ਼ਨ ਚੈੱਕ ਕਰਦੇ ਆ, ਜਿਨ੍ਹਾਂ ਨੇ ਸਾਨੂੰ ਉਧਾਰ ਦੇਣਾ ਹੁੰਦਾ ਹੈ ਜਾਂ ਜਿਨ੍ਹਾਂ ਨੇ ਸਾਨੂੰ ਕੋਈ ਸਮਾਨ ਚੁਕਾਉਣਾ ਹੁੰਦਾ ਹੈ ਉਹ ਫਾਈਨੈਂਸ਼ੀਅਲ ਜਿਹੜੀ ਇਨਫੋਰਮੇਸ਼ਨ ਉਹਨੂੰ ਚੈੱਕ ਕਰਦੇ ਆ। ਸੋ ਫਾਈਨੈਂਸ਼ੀਅਲ ਇੱਕ ਰਿਕਾਰਡ ਹੁੰਦੇ ਆ ਜਿਹੜੇ ਸਾਨੂੰ ਮੋਸਟਲੀ ਹਰ ਸਮੇਂ ਪ੍ਰਪੇਅਰ ਕਰਨੇ ਪੈਂਦੇ ਆ ਔਰ ਉਹ ਸਾਡੇ ਰਿਜ਼ਲਟ ਨੂੰ ਕੀ ਹੈ ਇੱਕ ਕਲਾਸੀਫਾਈ ਰਿਕਾਰਡ ਕਰਨ ਦਾ ਇੱਕ ਤਰੀਕਾ ਜਿਹੜਾ ਉਹ ਪ੍ਰੋਵਾਈਡ ਕਰਦੇ ਆ। ਇਹਦੇ ਵਿੱਚ ਜ਼ਿਆਦਾਤਰ ਜਿਹੜੇ ਰੂਲਸ ਨੇ ਉਹ ਜਰਨਲੀ ਐਕਸੈਪਟਡ ਹੁੰਦੇ ਆ, ਐਕਸੈਪਟਡ ਪ੍ਰਿੰਸੀਪਲ ਹੁੰਦੇ ਆ ਕਿ ਜਿਹੜੇ ਰੂਲ ਇੱਥੇ ਲਾਗੂ ਹੁੰਦੇ ਆ ਉਹ ਹਰ ਜਗ੍ਹਾ 'ਤੇ ਲਾਗੂ ਹੋਣਗੇ। ਸੋ ਇਹ ਆਪਣੇ ਕੋਲ ਐਜ਼ ਅ ਮੀਨਿੰਗ ਇੱਥੇ ਰਹੇਗਾ ਕਿ ਅਕਾਊਂਟਿੰਗ ਇੱਕ ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ ਕਰਨ ਦਾ ਵੇ ਆ ਜੋ ਬਿਜ਼ਨਸ ਦੇ ਵਿੱਚ ਰਹਿੰਦਾ ਹੈ। ਹੁਣ ਆਪਣੇ ਕੋਲ ਹੈਗੀ ਹੈ ਡੈਫੀਨੇਸ਼ਨ ਆਪਣੇ ਕੋਲ ਫਸਟ ਆ ਜੋ ਕਿ ਆਪਾਂ ਨੂੰ USA ਦੇ ਵਿੱਚ ਮਿਲੀ ਹੈ। ਪ੍ਰਿੰਸੀਪਲ ਮੀਨਸ ਅ ਜਰਨਲ ਲਾਅ ਔਰ ਰੂਲਸ ਅਡੋਪਟਡ ਔਰ ਪ੍ਰੋਸੈਸਡ ਐਜ਼ ਅ ਗਾਈਡ ਟੂ ਐਕਸ਼ਨ। ਕਹਿੰਦੇ ਪ੍ਰਿੰਸੀਪਲ ਦਾ ਮਤਲਬ ਕੀ ਹੁੰਦਾ, ਜੋ ਸਾਡੇ ਕੋਲ ਪ੍ਰਿੰਸੀਪਲ ਵਰਡ ਆ ਉਹਦਾ ਮਤਲਬ ਹੁੰਦਾ ਕਿ ਰੂਲਸ ਐਂਡ ਰੈਗੂਲੇਸ਼ਨ ਜੋ ਲਾਅ ਆਪਾਂ ਸਾਨੂੰ ਮਿਲੇ ਹੋਏ ਆ ਜਰਨਲੀ ਜਿਨ੍ਹਾਂ ਨੂੰ ਅਸੀਂ ਅਡੋਪਟ ਕਰਦੇ ਹਾਂ ਕਿਸੇ ਵੀ ਚੀਜ਼ ਨੂੰ ਐਜ਼ ਅ ਐਕਸ਼ਨ ਕਰਨ ਦੇ ਲਈ, ਕਿਸੇ ਵੀ ਕੰਮ ਨੂੰ ਕਰਨ ਦੇ ਲਈ ਜਿਹੜੇ ਰੂਲਸ ਫੋਲੋ ਕਰਦੇ ਆ ਉਹਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲਸ। ਸੈਟਲ ਗਰਾਊਂਡ ਔਰ ਬੇਸਿਸ ਆਫ ਕੰਡਕਟ ਔਰ ਪ੍ਰੋਡਕਟ, ਇੱਕ ਗਰਾਊਂਡ ਜਾਂ ਸੈਟਲ। ਸੋ ਇਹ ਸਾਰੀਆਂ ਚੀਜ਼ਾਂ ਜੋ ਆਪਾਂ ਨੂੰ ਐਜ਼ ਅ ਡੈਫੀਨੇਸ਼ਨਸ ਗਿਵਨ ਆ, ਸੋ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਆ ਜਾਂਦੇ ਅਕਾਊਂਟਿੰਗ ਕੰਸੈਪਟ। ਅਕਾਊਂਟਿੰਗ ਕੰਸੈਪਟ ਹੁੰਦੀ ਕੀ ਆ, ਅਕਾਊਂਟਿੰਗ ਕੰਸੈਪਟ ਆ ਜਿਹੜੇ ਸਾਡੇ ਕੋਲ ਇੱਕ ਤਰ੍ਹਾਂ ਦਾ ਇੱਕ ਵੇ ਹੁੰਦਾ ਹੈ ਕਿ ਜਿਹਦੇ ਜ਼ਰੀਏ ਅਸੀਂ ਕੀ ਆ ਅਲੱਗ-ਅਲੱਗ ਵੈਲਿਊਜ਼ ਨੂੰ ਰਿਕਾਰਡ ਕਰਦੇ ਹਾਂ। ਸੋ ਫਸਟ ਆਫ ਆਲ ਦੇਖੋ ਅਕਾਊਂਟਿੰਗ ਕੰਸੈਪਟ ਆਰ ਬੇਸਿਸ ਅਜ਼ੰਪਸ਼ਨ। ਇਹ ਸਾਡੇ ਕੋਲ ਇੱਕ ਧਾਰਨਾਵਾਂ ਨਹੀਂ, ਅਜ਼ੰਪਸ਼ਨਸ ਹੁੰਦੀਆਂ ਹੈ ਜੋ ਕਿਸੇ ਵੀ ਇਕਨੋਮਿਕਲੀ, ਪੋਲੀਟੀਕਲੀ ਐਂਡ ਸੋਸ਼ੋਲੋਜੀਕਲੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੁੜੀ ਹੋਈ ਆ। ਹੁਣ ਇਕਨੋਮਿਕਲੀ ਅਰਥ ਸ਼ਾਸਤਰ, ਪੋਲੀਟੀਕਲੀ ਅਸੀਂ ਕਹਿ ਦਿੰਦੇ ਹਾਂ ਜੋ ਸਾਡੇ ਕੋਲ ਪੋਲੀਟੀਕਲ ਜਿਹੜੇ ਸਾਧਨ ਹੁੰਦੇ ਆ ਉਹਨਾਂ ਦੇ ਨਾਲ ਅਤੇ ਜਿਹੜੇ ਸਮਾਜਿਕ ਆ ਉਹਨਾਂ ਦੇ ਨਾਲ ਜੁੜੇ ਹੋਏ ਆ। ਹੁਣ ਜਿਹੜੇ ਇਨਵਾਇਰਮੈਂਟ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲਦੇ ਆ। ਜਿਹੜੇ ਇਨਵਾਇਰਮੈਂਟ ਯਾਨੀ ਕਿ ਸਾਡੀ ਇਕਨੋਮਿਕਲ ਇਨਵਾਇਰਮੈਂਟ ਆ ਉਹ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ। ਸੋ ਅਸੀਂ ਨੋਰਮਲੀ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਸਾਡੇ ਕੋਲ ਤਰੀਕਾ ਹੈ ਜਿਹਦੇ ਨਾਲ ਅਸੀਂ ਸਾਡੇ ਅਕਾਊਂਟ ਦੇ ਰੂਲਸ ਆ ਉਹਨਾਂ ਨੂੰ ਫੋਲੋ ਕਰਦੇ ਹਾਂ ਜਾਂ ਉਹਨਾਂ ਨੂੰ ਰਿਕਾਰਡ ਕਰਦੇ ਹਾਂ। ਫਸਟ ਆਪਣੇ ਕੋਲ ਕੰਸੈਪਟ ਹੋਏਗਾ ਬਿਜ਼ਨਸ ਐਂਟੀਟੀ ਕੰਸੈਪਟ। ਬਿਜ਼ਨਸ ਆ ਜਿਹੜਾ ਉਹਨੂੰ ਕੀ ਆ ਇੱਕ ਅਲੱਗ ਮੰਨਿਆ ਜਾਂਦਾ ਹੈ ਉਹਦੇ ਓਨਰ ਤੋਂ। ਬਿਜ਼ਨਸ ਦੇ ਕੰਮ ਅਲੱਗ ਹੋਣਗੇ ਔਰ ਉਸ ਨੂੰ ਚਲਾਉਣ ਵਾਲੇ ਪਰਸਨ ਦੇ ਕੰਮ ਜਿਹੜੇ ਅਲੱਗ ਹੋਣਗੇ। ਬਿਜ਼ਨਸ ਅਲੱਗ ਪਹਿਚਾਣ ਰੱਖਦਾ ਹੈ ਔਰ ਜਿਹੜਾ ਉਹਦਾ ਓਨਰ ਹੋਏਗਾ ਉਹਦੀ ਅਲੱਗ ਪਹਿਚਾਣ ਹੋਊਗੀ। ਬਿਜ਼ਨਸ ਨੂੰ ਓਨਰ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਬਿਜ਼ਨਸ ਓਨਰ ਨਹੀਂ ਹੋ ਸਕਦਾ, ਓਨਰ ਬਿਜ਼ਨਸ ਨਹੀਂ ਹੋ ਸਕਦਾ। ਬਿਜ਼ਨਸ ਇੱਕ ਐਂਟੀਟੀ, ਇੱਕ ਅਲੱਗ ਸੰਸਥਾ ਹੋਊਗੀ ਜਿਹਦੀ ਖੁਦ ਦੀ ਆਪਣੀ ਪਹਿਚਾਣ ਹੋਏਗੀ। ਤਾਂ ਇਵੇਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਮਾਡਰਨ ਟਾਈਮ ਆ ਉਹਦੇ ਵਿੱਚ ਜਿਹੜੀ ਬਿਜ਼ਨਸ ਆ ਉਹਦੀ ਅਲੱਗ ਪਹਿਚਾਣ ਹੋਏਗੀ ਔਰ ਬਿਜ਼ਨਸ ਦੀ ਅਲੱਗ ਨੇਮ, ਫੇਮ, ਪਹਿਚਾਣ ਸਭ ਕੁਛ ਹੋਏਗੀ। ਬਿਜ਼ਨਸ ਦਾ ਕੋਲ ਆਪਦੀ ਮੋਹਰ ਹੋਏਗੀ ਐਜ਼ ਅ ਸਿਗਨੇਚਰ। ਇਹ ਸਾਰੀਆਂ ਚੀਜ਼ਾਂ ਬਿਜ਼ਨਸ ਦੇ ਵਿੱਚ ਰਹਿਣਗੀਆਂ। ਹੁਣ ਜਿਵੇਂ ਆਪਾਂ ਨੂੰ ਇੱਥੇ ਉਹਨਾਂ ਨੇ ਕਿਹਾ ਹੈਗਾ ਕਿ ਮਾਡਰਨ ਅਕਾਊਂਟਿੰਗ ਆ ਜਿਹੜੀ ਉਹ ਜ਼ਿਆਦਾ ਗ੍ਰੇਟ ਆ ਦੈਟ ਮੋਰਿਸ ਮੋਨੀਟਰਸ ਡਿਸਕਰਾਈਬ ਕਰਦੇ ਆ ਕਿ ਜਿਹੜਾ ਕੰਸੈਪਟ ਆ ਉਹ ਕੀ ਆ ਜ਼ਿਆਦਾ ਬੇਸ ਕਰਦਾ ਹੈਗਾ
ਪੋਸਟੂਲੇਟ ਅਕਾਊਂਟਿੰਗ 'ਤੇ, ਜਾਣੀ ਕਿ ਜੋ ਸਾਡੇ ਕੋਲ ਅਕਾਊਂਟਿੰਗ ਸਿਸਟਮ ਪੋਸਟੂਲੇਟ ਦਾ ਸੀਗਾ ਉਹਦੇ ਉੱਪਰ ਡਿਪੈਂਡ ਕਰਦਾ ਹੈ, ਜਿਹਦੇ ਵਿੱਚ ਅਸੀਂ ਸਿਰਫ ਇੰਨਾ ਵਿਊ ਪੁਆਇੰਟ ਦੇਖਦੇ ਹਾਂ ਕਿ ਜਿਹੜਾ ਬਿਜ਼ਨਸ ਆ ਉਹਨੂੰ ਇੱਕ ਓਨਰ ਚਲਾ ਜ਼ਰੂਰ ਰਿਹਾ ਹੋਊਗਾ, ਬਟ ਬਿਜ਼ਨਸ ਦਾ ਓਨਰ ਹੀ ਬਿਜ਼ਨਸ ਨਹੀਂ ਹੋ ਸਕਦਾ। ਹੁਣ ਇੰਪਲੀਕੇਸ਼ਨ ਆ ਆਲੋਚਨਾ। ਇਸ ਕੰਸੈਪਟ ਦੀ ਆਲੋਚਨਾ ਵੀ ਜਿਹੜੇ ਕਹਿੰਦੇ ਆ ਕਿ ਪੋਸਟੂਲੇਟ ਅਕਾਊਂਟਿੰਗ ਹੈਗੀ ਆ, ਉਹਨਾਂ ਦੀ ਆਲੋਚਨਾ ਕੀਤੀ ਗਈ ਆ। ਇੰਪਲੀਕੇਸ਼ਨ ਦੇ ਵਿੱਚ ਕਹਿੰਦੇ ਆ ਕਿ ਜਿਹੜੀ ਅਕਾਊਂਟਿੰਗ ਸਿਸਟਮ ਆ ਉਹ ਡਬਲ ਐਂਟਰੀ ਸਿਸਟਮ ਦੇ ਲਈ ਨਾਲ ਚੱਲਦੀ ਹੈ। ਡਬਲ ਐਂਟਰੀ ਸਿਸਟਮ ਦੇ ਵਿੱਚ ਜਿਹਦੇ ਵਿੱਚ ਅਸੀਂ ਡੈਬਿਟ ਅਤੇ ਕ੍ਰੈਡਿਟ ਨੂੰ ਲੈ ਕੇ ਚੱਲਦੇ ਆ, ਉਹ ਕਹਿੰਦੇ ਨਹੀਂ, ਇਹ ਪੋਸਟੂਲੇਟ ਅਕਾਊਂਟਿੰਗ ਨਹੀਂ ਆ, ਇਹ ਡਬਲ ਐਂਟਰੀ ਸਿਸਟਮ ਅਕਾਊਂਟਿੰਗ ਆ, ਜਿਹਦੇ ਵਿੱਚ ਹਰੇਕ ਟ੍ਰਾਂਜੈਕਸ਼ਨ ਨੂੰ ਐਸੈਟਸ ਲਾਇਬਿਲਿਟੀ ਦੇ ਨਾਲ ਕੰਪੇਅਰ ਕੀਤਾ ਜਾਂਦਾ। ਬਿਜ਼ਨਸਮੈਨ ਆ, ਹੁਣ ਸਾਡੇ ਕੋਲ ਜੋ ਕੰਸੈਪਟ ਹੈ ਐਸਟ ਲਾਇਬਿਲਿਟੀ ਨੂੰ ਕੰਪੇਅਰ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਦਾ ਕਿ ਬਿਜ਼ਨਸ ਦੇ ਪ੍ਰੋਫਿਟ ਜਿਹੜੀ ਪ੍ਰੋਪਰਟੀ ਉਹ ਕਿਹੜੀ ਆ, ਅਤੇ ਇੱਕ ਜਿਹੜਾ ਪਰਸਨ ਆ ਉਹਦੀ ਪ੍ਰਾਈਵੇਟ ਪ੍ਰੋਪਰਟੀ ਕਿਹੜੀ ਹੈ। ਸੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਡਬਲ ਐਂਟਰੀ ਸਿਸਟਮ ਰੂਲ ਹੈ ਜਿਹੜਾ ਉਹ ਐਪਲੀਕੇਬਲ ਹੁੰਦਾ ਹੈ। ਅਗਰ ਬਿਜ਼ਨਸ ਦੇ ਵਿੱਚ ਕੋਈ ਕੈਸ਼ ਇੰਟਰੋਡਿਊਸ ਕਰਦਾ ਹੈ ਤਾਂ ਉਹਦਾ ਵੀ ਰਿਕਾਰਡ ਕੀਤਾ ਜਾਂਦਾ ਹੈ, ਅਗਰ ਕੋਈ ਐਸਿਡ ਕਰਦਾ ਹੈ ਤਾਂ ਉਹਦਾ ਵੀ। ਹੁਣ ਕ੍ਰਿਟੀਸਿਜ਼ਮ ਦੇ ਵਿੱਚ ਸਾਡੇ ਕੋਲ ਨੈਕਸਟ ਹੈਗਾ ਹੈ, ਕਹਿੰਦੇ ਇਟ ਇਜ਼ ਅ ਲੀਗਲ ਫਿਕਸ਼ਨ। ਇਹ ਇੱਕ ਕਾਨੂੰਨੀ ਧਾਰਨਾ ਹੈਗੀ ਹੈ, ਨਾ ਹੀ ਇੱਕ ਕੋਈ ਪਰਸਨ ਆ ਅਤੇ ਨਾ ਹੀ ਇਹ ਕੋਈ ਡਿਵਾਈਸ ਆ। ਇਹ ਸਿਰਫ ਔਰ ਸਿਰਫ ਕੀ ਹੈ, ਇੱਕ ਸੰਸਥਾ ਹੈ, ਇੱਕ ਐਂਟਿਟੀ ਆ। ਦੂਸਰਾ ਹੈਗਾ ਜਦੋਂ ਵੀ ਇਹਨੂੰ ਅਪਲਾਈ ਕੀਤਾ ਜਾਂਦਾ ਨੋਨ ਕੋਆਪਰੇਟ ਬਿਜ਼ਨਸ ਦੇ ਵਿੱਚ, ਲਾਈਕ ਜਿਵੇਂ ਸੋਲ ਪ੍ਰੋਪਰਾਈਟਰਸ਼ਿਪ, ਪਾਰਟਨਰਸ਼ਿਪ, ਇਹਦੇ ਨਾਲ ਸਾਨੂੰ ਇਹ ਮੁਸ਼ਕਿਲ ਹੋ ਜਾਂਦੀ ਹੈ ਪਤਾ ਕਰਨ ਦੇ ਵਿੱਚ ਕਿ ਕ੍ਰੈਡੀਟਰ ਕਿਹੜੇ ਆ ਬਿਜ਼ਨਸ ਦੇ, ਔਰ ਇਹ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ। ਕਨਵਿੰਸ ਕਰਨਾ ਔਖਾ ਹੋ ਜਾਂਦਾ ਸਾਡੇ ਜਿਹੜੇ ਕ੍ਰੈਡੀਟਰਸ ਹੁੰਦੇ ਆ ਕਿ ਬਿਜ਼ਨਸ ਕਿਹੜਾ ਹੈ ਜਾਂ ਕਿਸ ਤਰ੍ਹਾਂ ਦਾ ਬਿਜ਼ਨਸ ਆ, ਵੀ ਨੋਨ ਕੋਆਪਰੇਟਿਵ ਆ ਜਾਂ ਕਿਸ ਤਰ੍ਹਾਂ ਦਾ, ਇਹਦੇ ਲਈ ਸਾਨੂੰ ਪ੍ਰੋਬਲਮਸ ਆ ਜਾਂਦੀਆਂ। ਇਹ ਥੋੜ੍ਹੇ ਜਿਹੇ ਅਨਰੀਅਲਿਸਟਿਕ ਸ਼ੋਅ ਕਰਦੇ ਆ ਬਿਜ਼ਨਸ ਐਂਟਿਟੀ ਕੰਸੈਪਟ ਆ ਜਿਹੜੇ, ਉਹ ਰੀਅਲ ਨਹੀਂ ਲੱਗਦੇ। ਥੋੜ੍ਹਾ ਜਿਹਾ ਇਹਦੇ ਵਿੱਚ ਕੀ ਆ, ਡਾਊਟਸ ਆ ਜਿਹੜੇ ਬਹੁਤ ਜ਼ਿਆਦਾ ਦੇਖਦੇ, ਕਿਉਂਕਿ ਹੁਣ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਬਿਜ਼ਨਸ ਐਂਟਿਟੀ ਕੰਸੈਪਟ ਆ, ਬਟ ਇਹ ਡਿਪੈਂਡ ਕਿਹਦੇ ਉੱਪਰ ਹੁੰਦਾ, ਸਾਰੇ ਦਾ ਸਾਰਾ ਉਸਦੇ ਓਨਰ ਦੇ ਉੱਪਰ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਮਨੀ ਮੈਜਰਮੈਂਟ ਕੰਸੈਪਟ। ਇਹਦੇ ਵਿੱਚ ਅਸੀਂ ਸਿਰਫ ਔਰ ਸਿਰਫ ਕੀ ਹੈ, ਜਦੋਂ ਅਸੀਂ ਅਕਾਊਂਟਿੰਗ ਦੀ ਗੱਲ ਕਰਦੇ ਹਾਂ ਅਸੀਂ ਸਿਰਫ ਉਹੀ ਵੈਲਿਊਜ਼ ਨੂੰ ਲਿਖਦੇ ਹਾਂ, ਉਹ ਵੈਲਿਊਜ਼ ਜਿਹੜੀਆਂ ਸਿਰਫ ਔਰ ਸਿਰਫ ਮਨੀ ਦੀ ਟਰਮ ਦੇ ਵਿੱਚ ਹੋਣ, ਜਿਨ੍ਹਾਂ ਨੂੰ ਅਸੀਂ ਮਨੀ ਦੇ ਨਾਲ ਕੰਪੇਅਰ ਕਰ ਸਕਦੇ ਹਾਂ, ਜਿਨ੍ਹਾਂ ਦਾ ਲੈਣਾ ਦੇਣਾ ਕੀ ਹੋਵੇ ਸਿਰਫ ਔਰ ਸਿਰਫ ਮਨੀ ਦੇ ਵਿੱਚ ਹੋਵੇ। ਅਸੀਂ ਜੋ ਕੋਈ ਵੀ ਚੀਜ਼ਾਂ ਜਿਹੜੀਆਂ ਮਨੀ ਦੇ ਨਾਲ ਡੀਲ ਕਰਦੇ ਹਾਂ ਉਹਨੂੰ ਅਸੀਂ ਕੀ ਹੈ ਮੈਜਰ ਕਰਦੇ ਹਾਂ ਮਨੀ ਮੈਜਰਮੈਂਟ ਕੰਸੈਪਟ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਮਨੀ ਦੇ ਵਿੱਚ ਮੈਜਰ ਕਰ ਸਕਦੇ ਹਾਂ, ਬਹੁਤ ਸਾਰੀਆਂ ਜਿਹੜੇ ਨੰਬਰਸ ਹੁੰਦੇ ਜਿਹਨਾਂ ਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ, ਬਟ ਲਿਖੀਆਂ ਅਸੀਂ ਉਹੀ ਲਿਖ ਹੋ ਹੀ ਸਕਦੇ ਹਾਂ ਜਿਹੜੀਆਂ ਸਾਡੇ ਕੋਲ ਕੀ ਹੈ ਮਨੀ ਦੀ ਟਰਮ ਦੇ ਵਿੱਚ ਵੈਲਿਊਜ਼ ਹੋਣਗੀਆਂ। ਹੁਣ ਇਸ ਟੋਪਿਕ ਦੀਆਂ ਇੰਪਲੀਕੇਸ਼ਨਸ ਕੀ ਹੋ ਸਕਦੀਆਂ, ਕਹਿੰਦੇ ਬਿਜ਼ਨਸ ਇਵੈਂਟਸ ਵਿਚ ਕੈਨ ਨਾਟ ਬੀ ਐਕਸਪ੍ਰੈਸਡ ਇਨ ਮਨੀਟਰੀ ਟਰਮਸ ਆਰ ਨਾਟ ਰਿਫਲੈਕਟਡ ਇਨ ਅਕਾਊਂਟ। ਹੁਣ ਬਹੁਤ ਸਾਰੇ ਇੱਦਾਂ ਦੇ ਕੰਸੈਪਟ ਹੁੰਦੇ ਆ ਬਿਜ਼ਨਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮਨੀ ਨਾਲ ਮੈਜਰ ਨਹੀਂ ਕਰਦੇ, ਫਿਰ ਅਸੀਂ ਉਹਨਾਂ ਨੂੰ ਲਿਖਦੇ ਵੀ ਨਹੀਂ ਹੈ ਬਿਜ਼ਨਸ ਦੇ ਵਿੱਚ। ਜਿਵੇਂ ਕੋਈ ਚੰਗਾ ਹੋਣਾ, ਬੁਰਾ ਹੋਣਾ ਕਿਸੇ ਪਰਸਨ ਦਾ, ਮੈਨੇਜਮੈਂਟ ਦਾ ਚੰਗਾ ਹੋਣਾ, ਮੈਨੇਜਮੈਂਟ ਦਾ ਬੁਰਾ ਹੋਣਾ, ਇਹ ਚੀਜ਼ਾਂ ਅਸੀਂ ਨਹੀਂ ਲਿਖਦੇ। ਮਨੀ ਵੈਲਿਊ ਜਿਹੜੀ ਉਹ ਕੁਆਂਟਿਟੀ ਦੇ ਵਿੱਚ ਹੁੰਦੀ ਹੈ, ਕੁਆਲਿਟੀ ਦੇ ਵਿੱਚ ਕੁਛ ਵੀ ਨਹੀਂ ਹੁੰਦੀ। ਕੁਆਂਟਿਟੀ ਨੂੰ ਹੀ ਅਸੀਂ ਰਿਕਾਰਡ ਕਰਦੇ ਹਾਂ, ਕਿਸੇ ਚੀਜ਼ ਦਾ ਪ੍ਰਾਈਸ, ਕਿਸੇ ਚੀਜ਼ ਦੀ ਇਨਕਮ, ਕਿਸੇ ਚੀਜ਼ ਦਾ ਰਿਜ਼ਲਟ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨੂੰ ਅਸੀਂ ਰਿਕਾਰਡ ਕਰਦੇ ਹਾਂ। ਨਾ ਤਾਂ ਕਿਸੇ ਪ੍ਰੋਡਕਟ ਦੀ ਕੁਆਲਿਟੀ ਨੂੰ ਰਿਕਾਰਡ ਕੀਤਾ ਜਾਂਦਾ, ਨਾ ਹੀ ਕਿਸੇ ਪ੍ਰੋਡਕਟ ਦੇ ਚੰਗੇ ਜਾਂ ਬੁਰੇ ਜਿਹੜੇ ਕੀ ਆ ਵਿਊ ਪੁਆਇੰਟ ਲਿਖੇ ਜਾਂਦੇ ਆ। ਇਹਦੇ ਵਿੱਚ ਸਿਰਫ ਕੀ ਐਸਿਡ ਸ਼ੋਅ ਕੀਤੇ ਜਾਂਦੇ ਉਹਦੀ ਕੋਸਟ ਵੈਲਿਊ 'ਤੇ। ਕੋਸਟ ਮਤਲਬ ਕਿ ਕਿੰਨਾ ਉਸਦੇ ਉੱਪਰ ਖਰਚ ਆਇਆ, ਜਿਹਦੇ ਵਿੱਚ ਅਸੀਂ ਵਾਧੇ 'ਚ ਡੈਪਰੀਸ਼ੀਏਸ਼ਨ ਹਰ ਸਾਲ ਮਾਈਨਸ ਕਰਦੇ ਜਾਂਦੇ ਰਹਿੰਦੇ ਹਾਂ। ਅਸੀਂ ਉਹਦੀ ਹਿਸਟੋਰੀਕਲ ਕੋਸਟ ਆ ਜਿਹੜੀ ਅਤੇ ਕਰੰਟ ਕੋਸਟ ਆ ਉਹ ਦੇਖਦੇ ਹੀ ਨਹੀਂ ਆ। ਅਸਲ ਦੇ ਵਿੱਚ ਹੁਣ ਉਹਦੀ ਕਿੰਨੀ ਵੈਲਿਊ ਹੈਗੀ ਹੈ ਕਿੰਨੀ ਨਹੀਂ ਆ ਉਹਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ, ਸਿਰਫ ਅੰਦਾਜ਼ੇ ਦੇ ਅਨੁਸਾਰ ਚੱਲਿਆ ਜਾਂਦਾ ਕਿ ਬਿਜ਼ਨਸ ਦੀ ਇੰਨੀ ਕੋਸਟ ਹੋਏਗੀ। ਹੁਣ ਇਸ ਤੋਂ ਬਾਅਦ ਆਪਾਂ ਕੋਈ ਵੀ ਪ੍ਰਾਈਸ ਲੈਵਲ ਚੇਂਜਸ ਨੂੰ ਨਹੀਂ ਦੇਖਦੇ। ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹਦੇ ਵਿੱਚ ਸਿਰਫ ਔਰ ਸਿਰਫ ਅਸੀਂ ਕੁਆਲਿਟੀ ਨੂੰ ਦੇਖਦੇ ਹਾਂ, ਕੁਆਂਟਿਟੀ ਨੂੰ ਦੇਖਦੇ ਹਾਂ, ਕੁਆਲਿਟੀ ਨੂੰ ਬਿਲਕੁਲ ਵੀ ਨਹੀਂ ਦੇਖਦੇ। ਸਿਰਫ ਔਰ ਸਿਰਫ ਅਸੀਂ ਅਰਨਿੰਗ ਰਿਪਰਜੈਂਟ ਕਰਦੇ ਹਾਂ, ਨਾ ਕਿ ਕਿਸੇ ਬਿਜ਼ਨਸ ਦੀਆਂ ਕੁਆਲਿਟੀਜ਼ ਨੂੰ। ਸੋ ਇਹਨਾਂ ਦੇ ਅਕੋਰਡਿੰਗ ਇਹ ਇੰਪਲੀਕੇਸ਼ਨਸ ਆ ਕਿ ਮਨੀ ਮੈਜਰਮੈਂਟ ਕੰਸੈਪਟ ਇਹਨਾਂ ਚੀਜ਼ਾਂ ਨੂੰ ਡੀਲ ਨਹੀਂ ਕਰਦੀ। ਹੁਣ ਆਪਣੇ ਕੋਲ ਨੈਕਸਟ ਆ ਜਾਂਦਾ ਡੂਅਲ ਆਸਪੈਕਟ ਕੰਸੈਪਟ। ਡੂਅਲ ਆਸਪੈਕਟ ਕੰਸੈਪਟ ਦੇ ਵਿੱਚ ਕੀ ਹੁੰਦਾ ਹੈ ਕਿ ਮੋਸਟਲੀ ਸਾਡਾ ਜਿਹੜਾ ਅਕਾਊਂਟਿੰਗ ਸਿਸਟਮ ਆ ਉਹ ਡਬਲ ਐਂਟਰੀ ਸਿਸਟਮ ਦੇ ਨਾਲ ਚੱਲਦਾ ਹੈ। ਡਬਲ ਐਂਟਰੀ ਸਿਸਟਮ ਦੇ ਅਕੋਰਡਿੰਗ ਸਾਡੇ ਕੋਲ ਜਿੰਨਾ ਡੈਬਿਟ ਆ ਉਹ ਬਿਲਕੁਲ ਇਕੁਅਲ ਹੋਣਾ ਚਾਹੀਦਾ ਸਾਡੇ ਕ੍ਰੈਡਿਟ ਦੇ ਨਾਲ। ਹੁਣ ਜੇ ਕਿਸੇ ਪਰਸਨ ਨੇ ਜਿੰਨਾ ਡੈਬਿਟ ਦਿੱਤਾ ਉਦੋਂ ਓਪੋਜ਼ਿਟ ਸਾਡੇ ਕੋਲ ਕ੍ਰੈਡਿਟ ਵੀ ਉਨਾ ਹੀ, ਮੀਨ ਟੂ ਸੇ ਕਿ ਸਾਡੀ ਵੈਲਿਊ ਜਿਹੜੀ ਉਹ ਸਹੀ ਆ। ਬਟ ਅਗਰ ਗਲਤ ਹੋ ਜਾਂਦਾ ਤਾਂ ਮਤਲਬ ਸਾਡੇ ਕੋਲ ਜਿਹੜਾ ਕੰਸੈਪਟ ਆ ਉਹ ਰੋਂਗ ਆ। ਸਾਨੂੰ ਉਹਦੇ ਵਿੱਚ ਕੋਈ ਨਾ ਕੋਈ ਚੇਂਜਿਸ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਸ ਕੰਸੈਪਟ ਨੂੰ ਸਹੀ ਕੀਤਾ ਜਾ ਸਕੇ। ਆਪਣੇ ਕੋਲ ਐਗਜ਼ਾਮਪਲ ਦੇਖੋ, ਲਾਇਬਿਲਿਟੀ ਐਂਡ ਐਸੈਟ, ਜਿੰਨੇ ਸਾਡੇ ਕੋਲ ਕੈਸ਼ ਐਟ ਬੈਂਕ ਆ ਉਨੀ ਹੀ ਸਾਡੇ ਕੋਲ ਕੈਪੀਟਲ ਆ, ਜੋ ਰਿਪਰਜੈਂਟ ਕਰਦੀ ਹੈ ਕਿ ਦੋਨੋਂ ਪੁਆਇੰਟ ਜਿਹੜੇ ਕੀ ਆ ਉਹ ਇਕੁਅਲ ਆ।
ਹੁਣ ਸਾਡੇ ਕੋਲ ਕੁਝ ਫਾਰਮੂਲੇ ਆ ਕਿ ਐਸਿਡ ਜਿਹੜੇ ਉਹ ਲਾਇਬਿਲਿਟੀ ਅਤੇ ਕੈਪੀਟਲ ਦਾ ਇਕੁਅਲ ਹੁੰਦੇ ਆ। ਐਸਿਡ ਪਲੱਸ ਐਕਸਪੈਂਸ ਕਰਦੇ ਆ ਤਾਂ ਸਾਡੇ ਲਾਇਬਿਲਿਟੀ ਕੈਪੀਟਲ ਰੈਵਨਿਊ ਦੇ ਇਕੁਅਲ ਚਲੇ ਜਾਂਦੇ ਆ। ਐਸਿਡ ਆ ਜਿਹੜੇ ਲਾਇਬਿਲਿਟੀ ਐਂਡ ਕੈਪੀਟਲ ਜਿਹਦੇ ਵਿੱਚ ਰੈਵਨਿਊ ਤੋਂ ਆਪਾਂ ਐਕਸਪੈਂਸਿਸ ਮਾਈਨਸ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਆ ਜਾਂਦੀਆਂ ਐਜ਼ ਆ ਸਾਡੇ ਕੋਲ ਡੂਅਲ ਐਸਪੈਕਟ ਕੰਸੈਪਟ। ਅੱਜ ਆਪਾਂ 3 ਹੀ ਕੰਸੈਪਟ ਕਰਾਂਗੇ, ਬਾਕੀ ਦੇ ਜਿਹੜੇ ਰਹਿੰਦੇ ਕੰਸੈਪਟ ਆ ਉਹ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਆਈ ਹੋਪ ਕਿ ਤੁਸੀਂ ਇਹਨਾਂ ਨੂੰ ਸਮਝਿਆ ਹੋਊਗਾ ਐਂਡ ਥੈਂਕ ਯੂ। ਹੈਵ ਅ ਨਾਈਸ ਡੇ।